मैं BT बलविंदर सिंह GSS खारा मानसा NSQF ਦੇ ਥਰੂ ਵੋਕੇਸ਼ਨਲ ਟ੍ਰੇਨਰ ਦੀਆਂ ਸੇਵਾਵਾਂ ਨਿਭਾ ਰਿਹਾ ਹਾਂ। ਬੱਚਿਓ, ਜਿਹੜਾ ਅੱਜ ਦਾ ਆਪਣਾ ਟੌਪਿਕ ਹੈ ਅੱਗ ਬਾਰੇ ਹੈ। ਅੱਗ ਕੀ ਹੈ? ਤੁਸੀਂ ਅੱਗ ਤੋਂ ਸਾਰੇ ਵਿਦਿਆਰਥੀ ਜਾਣਦੇ ਹੋ ਕਿ ਅੱਗ ਕਿਸ ਤਰ੍ਹਾਂ ਤਿਆਰ ਹੁੰਦੀ ਹੈ, ਕਿਉਂਕਿ ਜਦੋਂ ਆਪਣਾ ਬਾਲਣ ਇਕੱਠਾ ਕਰਕੇ ਆਪਾਂ ਮਾਚਿਸ ਦੀ ਤੀਲੀ ਦੀ ਮਦਦ ਦੇ ਨਾਲ ਉਹਨਾਂ ਨੂੰ ਅੱਗ ਲਾਉਂਦੇ ਹਾਂ ਤਾਂ ਅੱਗ ਲੱਗ ਜਾਂਦੀ ਹੈ। ਅੱਗ ਲੱਗਣ ਦੇ ਨਾਲ ਗਰਮੀ ਪੈਦਾ ਹੁੰਦੀ ਹੈ, ਜਿਸ ਦੇ ਨਾਲ ਅੱਗ ਨੂੰ ਹੋਰ ਵੀ ਬੜਾਵਾ ਮਿਲਦਾ ਹੈ। ਸਾਡਾ ਨੰਬਰ 2 ਪੁਆਇੰਟ ਹੈ, ਅੱਗ ਕਿਸ ਤੋਂ ਤਿਆਰ ਹੁੰਦੀ ਹੈ। ਅੱਗ ਨੂੰ ਬੇਟਾ ਤਿਆਰ ਕਰਨ ਦੇ ਲਈ 3 ਚੀਜ਼ਾਂ ਦਾ ਮਿਸ਼ਰਣ ਹੋਣਾ ਬਹੁਤ ਹੀ ਜ਼ਰੂਰੀ ਹੈ: ਗਰਮੀ, ਆਕਸੀਜਨ, ਬਾਲਣ। ਅਗਰ ਇਹਨਾਂ 3 ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਵੀ ਮੌਜੂਦ ਨਹੀਂ ਹੈ ਤਾਂ ਅੱਗ ਨਹੀਂ ਲੱਗਦੀ। ਜਿਸ ਜਗ੍ਹਾ ਦੇ ਉੱਤੇ ਇਹ ਤਿੰਨੇ ਚੀਜ਼ਾਂ ਹੋ ਗਈਆਂ, ਉਸ ਜਗ੍ਹਾ 'ਤੇ ਕੀ ਆ, ਅੱਗ ਲੱਗ ਜਾਵੇਗੀ। ਜਿੱਦਾਂ ਆਕਸੀਜਨ ਹੈ, ਆਕਸੀਜਨ ਖੁੱਲ੍ਹੇ ਵਾਤਾਵਰਨ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਜੇ ਕਿਤੇ ਅੱਗ ਲੱਗ ਗਈ, ਆਪਾਂ ਆਕਸੀਜਨ ਨੂੰ ਕੰਟਰੋਲ ਕਰਕੇ ਅੱਗ ਨੂੰ ਬੰਦ ਨਹੀਂ ਕਰ ਸਕਦੇ। ਆਪਣੇ ਕੋਲ ਸਿਰਫ 2 ਹੀ ਚੀਜ਼ਾਂ ਨੇ। ਜਾਂ ਤਾਂ ਆਪਾਂ ਗਰਮੀ ਮਤਲਬ ਵੀ ਜਦੋਂ ਆਪਾਂ ਪਾਣੀ ਦਾ ਛਿੜਕਾਓ ਕਰਕੇ ਉਹ ਚੀਜ਼ ਦੇ ਉੱਤੇ ਠੰਡਾ, ਉਸ ਦਾ ਟੈਂਪਰੇਚਰ ਜੋ ਠੰਡਾ ਕਰਦੇ ਹਾਂ ਤਾਂ ਅੱਗ ਦੇ ਉੱਪਰ ਕਾਬੂ ਪਾ ਸਕਦੇ ਹਾਂ। ਜਾਂ ਕੀ ਆ, ਅੱਗ ਦਾ ਜੋ ਭੋਜਨ ਹੈ, ਬਾਲਣ ਨੂੰ ਦੂਰ ਕਰਕੇ ਵੀ ਅੱਗ ਨੂੰ ਆਪਾਂ ਬੰਦ ਕਰ ਸਕਦੇ ਹਾਂ। ਬੇਟਾ ਤੁਸੀਂ ਸਮਝ ਗਏ ਹੋਵੋਗੇ ਕਿ ਅੱਗ ਜੋ ਹੈਗਾ 3 ਚੀਜ਼ਾਂ ਦਾ ਮਿਸ਼ਰਣ ਹੈ: ਗਰਮੀ, ਆਕਸੀਜਨ ਅਤੇ ਬਾਲਣ। ਅਗਰ ਇਹਨਾਂ 3 ਚੀਜ਼ਾਂ ਦੇ ਵਿੱਚੋਂ ਇੱਕ ਵੀ ਚੀਜ਼ ਮੌਜੂਦ ਨਹੀਂ ਹੈਗੀ ਤਾਂ ਅੱਗ ਕਦੇ ਵੀ ਨਹੀਂ ਲੱਗਦੀ। ਫਿਰ ਨੰਬਰ 2 ਦੇ ਉੱਤੇ ਮੈਂ ਤੁਹਾਨੂੰ ਇਹਨਾਂ ਦੇ ਕੰਟਰੋਲ ਕਰਨ ਬਾਰੇ ਦੱਸਿਆ ਸੀ ਵੀ ਅਗਰ ਤੁਸੀਂ ਆਕਸੀਜਨ ਨੂੰ ਤਾਂ ਕੰਟਰੋਲ ਨਹੀਂ ਕਰ ਸਕਦੇ, ਕਿਉਂਕਿ ਆਕਸੀਜਨ ਖੁੱਲ੍ਹੇ ਵਾਤਾਵਰਨ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਕਿਉਂਕਿ ਆਕਸੀਜਨ ਨੂੰ ਆਪਾਂ ਕਿਸੇ ਵੀ ਤਰੀਕੇ ਦੇ ਨਾਲ ਕੰਟਰੋਲ ਨਹੀਂ ਕਰ ਸਕਦੇ। ਆਪਾਂ ਕੰਟਰੋਲ ਕਿਸ ਚੀਜ਼ ਨੂੰ ਕਰ ਸਕਦੇ ਹਾਂ? ਜਾਂ ਤਾਂ ਗਰਮੀ ਨੂੰ ਕੰਟਰੋਲ ਕਰ ਸਕਦੇ ਹਾਂ, ਕਿਉਂਕਿ ਜੇ ਅਸੀਂ ਪਾਣੀ ਸਿੱਟਕੇ ਜਾਂ ਮਿੱਟੀ ਦੀ ਮਦਦ ਦੇ ਨਾਲ ਗਰਮੀ ਦਾ ਜੋ ਉਸਦਾ ਟੈਂਪਰੇਚਰ ਆ ਉਸ ਨੂੰ ਘੱਟ ਕਰਕੇ ਜਿਹੜਾ ਅੱਗ ਦੇ ਉੱਪਰ ਕਾਬੂ ਪਾ ਸਕਦੇ ਹਾਂ। ਜਾਂ ਆਪਾਂ ਉਸ ਦਾ ਬਾਲਣ, ਜੋ ਭੋਜਨ ਹੈ, ਅੱਗ ਦਾ ਫਿਊਲ ਆ ਜੋ, ਉਸ ਨੂੰ ਦੂਰ ਕਰਕੇ ਜਿਹੜਾ ਹੈਗਾ ਗਾ ਅੱਗ ਦੇ ਉੱਪਰ ਕਾਬੂ ਪਾ ਸਕਦੇ ਹਾਂ। ਸਾਡਾ ਅਗਲਾ ਪੁਆਇੰਟ ਹੈ ਅੱਗ ਦੇ ਪ੍ਰਕਾਰ। ਬੇਟਾ ਅੱਗ ਭਿੰਨ ਪ੍ਰਕਾਰ ਦੀ ਹੁੰਦੀ ਹੈ। ਜਿਹੜਾ ਇਹ ਇੱਕ ਕਰਕੇ ਆਪਾਂ ਲਵਾਂਗੇ ਤਾਂ ਮੈਂ ਤੁਹਾਨੂੰ ਵੱਖ ਪ੍ਰਕਾਰ ਦੀਆਂ ਅੱਗਾਂ ਬਾਰੇ ਦੱਸੂਗਾ ਵੀ ਇਹ ਕਿਸ ਚੀਜ਼ ਤੋਂ ਤਿਆਰ ਹੁੰਦੀ ਆ, ਕਿਹੜੇ ਤਰੀਕੇ ਦੇ ਨਾਲ ਹੁੰਦੀ ਆ, ਕਿਵੇਂ ਲੱਗਦੀ ਆ। ਸਭ ਤੋਂ ਪਹਿਲਾਂ ਆਪਾਂ ਲਵਾਂਗੇ ਊੜਾ ਵਰਗ ਦੀ ਅੱਗ। ਊੜਾ ਵਰਗ ਦੀ ਅੱਗ ਨੂੰ ਇੱਕ ਸਧਾਰਨ ਅੱਗ ਵੀ ਕਹਿ ਸਕਦੇ ਹਾਂ ਆਪਾਂ। ਇਹਨੂੰ ਜੋ ਸਧਾਰਨ ਅੱਗ ਵੀ ਕਿਹਾ ਜਾਂਦਾ ਹੈ। ਇਹਦੇ ਵਿੱਚ ਆ ਜਾਂਦੀ ਆ ਲੱਕੜੀ, ਕੱਪੜਾ, ਕਾਗਜ਼, ਅਖਬਾਰ, ਗੱਤਾ। ਜਿਹੜੇ ਤੁਹਾਡੇ ਨਾਰਮਲ ਜਰਨਸ਼ੀਲ ਪਦਾਰਥ ਨੇ ਉਹ ਸਿਰੇ ਕਿਹੜੀ ਅੱਗ 'ਚ ਆ ਜਾਂਦੇ ਆ? ਸਧਾਰਨ ਅੱਗ ਦੇ ਵਿੱਚ। ਨੰਬਰ 2 'ਤੇ ਆ ਗਈ ਆੜਾ ਵਰਗ ਦੀ ਅੱਗ। ਆੜਾ ਵਰਗ ਦੀ ਅੱਗ ਦੇ ਵਿੱਚ ਤੇਲ ਆ ਗਏ, ਤੇਲਾਂ ਵਾਲੇ ਰੰਗ ਆ ਗਏ, ਪੇਂਟ ਆ ਗਿਆ ਅਤੇ ਗਰੀਸ ਆ ਗਿਆ। ਬਾਕੀ ਥਿਨਰ ਜਾਂ ਜਿੱਦਾਂ ਕਿ ਆਪਣੇ ਐਲਕੋਹਲ ਵਗੈਰਾ ਹੁੰਦਾ ਜਿਸ ਨੂੰ ਅੱਗ ਲੱਗਦੀ ਹੈ, ਇਹਦੇ ਨਾਲ ਕੀ ਆ, ਬਹੁਤ ਸਾਰਾ ਮੰਨ ਲਓ ਵੀ ਇਹ ਜਿਹੜੀ ਆੜਾ ਵਰਗ ਦੀ ਅੱਗ ਹੈਗੀ, ਇਹਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਨੇ। ਅੱਗੇ ਆ ਗਈ ਈੜੀ ਵਰਗ ਦੀ ਅੱਗ। ਈੜੀ ਵਰਗ ਦੀ ਅੱਗ ਦੇ ਵਿੱਚ ਬੇਟਾ ਜੋ ਬਿਜਲੀ ਵਾਲੇ ਯੰਤਰ ਹੁੰਦੇ ਹੈਗੇ ਇਹ ਆ ਜਾਂਦੇ ਨੇ। ਠੀਕ ਹੈ। ਨੰਬਰ 4 ਦੇ ਉੱਤੇ ਆ ਗਈ ਸੱਸਾ ਵਰਗ ਦੀ ਅੱਗ। ਸੱਸਾ ਵਰਗ ਦੀ ਅੱਗ ਦੇ ਵਿੱਚ ਧਾਤੂਆਂ ਆ ਜਾਂਦੀਆਂ, ਜਿਵੇਂ ਸੋਡੀਅਮ ਹੋ ਗਿਆ, ਪੋਟਾਸ਼ੀਅਮ ਹੋ ਗਿਆ, ਮੈਗਨੀਸ਼ੀਅਮ ਹੋ ਗਿਆ। ਇਹ ਸਾਰੀਆਂ ਧਾਤੂਆਂ ਨੂੰ ਜਿਹੜਾ ਅੱਗ ਲੱਗਦੀ ਆ ਉਸ ਨੂੰ ਕਿਹੜੀ ਅੱਗ ਦੇ ਵਿੱਚ ਲੈ ਸਕਦੇ ਹਾਂ ਆਪਾਂ? ਸੱਸਾ ਪ੍ਰਕਾਰ ਦੀ ਅੱਗ ਦੇ ਵਿੱਚ। ਅੱਗੇ ਆ ਗਈ ਬੇਟਾ ਹਾਹਾ ਪ੍ਰਕਾਰ ਦੀ ਅੱਗ। ਹਾਹਾ ਪ੍ਰਕਾਰ ਦੀ ਅੱਗ ਕਿਹੜੀ ਆ? ਜੋ ਪਸ਼ੂਆਂ ਦੀ ਚਰਬੀ ਦੇ ਵਿੱਚੋਂ ਤੇਲ ਤਿਆਰ ਹੁੰਦੇ ਆ, ਜੋ ਆਪਾਂ ਆਪਣੇ ਭੋਜਨ ਬਣਾਉਣ ਦੇ ਲਈ ਵਰਤਦੇ ਹਾਂ। ਜਿਹੜੀ ਪਸ਼ੂਆਂ ਦੀ ਜੋ ਚਰਬੀ ਹੁੰਦੀ ਆ ਉਹਦੇ ਵਿੱਚੋਂ ਕੁਝ ਪਸ਼ੂਆਂ ਦੀ ਚਰਬੀ ਦੇ ਵਿੱਚੋਂ ਤੇਲ ਨਿਕਲਦਾ,
ਜੋ ਆਪਾਂ ਆਪਣੇ ਖਾਣਾ ਬਣਾਉਣ ਦੇ ਵਿੱਚ ਇਸਤੇਮਾਲ ਕਰਦੇ ਆ, ਉਹਨੂੰ ਜੋ ਅੱਗ, ਜੋ ਉਸ ਪ੍ਰਕਾਰ ਦੀ ਅੱਗ ਹੁੰਦੀ ਆ, ਉਸ ਨੂੰ ਕੀ ਕਹਿੰਦੇ ਆ? ਹਾਹਾ ਵਰਗ ਦੀ ਅੱਗ। ਠੀਕ ਹੈ। ਅੱਗੇ ਬੇਟਾ ਆਪਣਾ ਪੈਂਟ ਆ ਗਿਆ, ਅੱਗ ਲੱਗਣ ਦੇ ਪ੍ਰਮੁੱਖ ਕਾਰਨ ਕੀ ਹੋ ਸਕਦੇ ਆ? ਜਿਹੜੀ ਅੱਗ ਆ ਲੱਗਣ ਦੇ ਇਹਦੇ ਅਲੱਗ-ਅਲੱਗ ਪ੍ਰਮੁੱਖ ਕਾਰਨ ਨੇ। ਪੈਂਟ ਟੂ ਪੈਂਟ ਮੈਂ ਤੁਹਾਨੂੰ ਇਹ ਪੜ੍ਹਾਉਣਾ ਗਾ, ਤੁਸੀਂ ਧਿਆਨ ਦੇਣਾ ਇਹਨਾਂ ਵੱਲ ਵੀ ਇਹ ਕਿਸ ਤਰੀਕੇ ਨਾਲ ਆਪਾਂ ਅੱਗ ਨੂੰ ਮੰਨ ਲਓ ਵੀ ਲੱਗਣ ਤੋਂ ਰੋਕ ਸਕਦੇ ਹਾਂ। ਜਿਵੇਂ ਸਭ ਤੋਂ ਪਹਿਲਾਂ ਨੰਬਰ 1 ਪੈਂਟ ਆ ਗਿਆ, ਖੁੱਲੀਆਂ ਲਾਟਾਂ। ਖੁੱਲੀਆਂ ਲਾਟਾਂ ਤੋਂ ਬੇਟਾ ਤੁਸੀਂ ਕੀ ਸਮਝਦੇ ਹੋ? ਵੀ ਖੁੱਲੇ, ਮੰਨ ਲਓ ਵੀ ਖੁੱਲੇ ਏਰੀਏ ਦੇ ਵਿੱਚ ਜੋ ਆਪਾਂ ਅੱਗ ਦਾ ਇਸਤੇਮਾਲ ਕਰਦੇ ਹਾਂ, ਜਿਵੇਂ ਕਿ ਬਿਲਡਿੰਗ ਸੈੱਟ ਦੇ ਵਿੱਚ ਜਿਵੇਂ ਆਪਾਂ ਕੰਮ ਕਰਦੇ ਹਾਂ, ਜੇ ਆਪਣੇ ਲਾਗੇ ਕੋਈ ਜਲਨਸ਼ੀਲ ਪਦਾਰਥ ਪਿਆ ਤਾਂ ਸਾਨੂੰ ਉਹ ਦੂਰ ਕਰਕੇ ਹੀ ਬਿਲਡਿੰਗ ਦਾ ਕੰਮ ਜੋ ਕਰਨਾ ਚਾਹੀਦਾ, ਕਿਉਂਕਿ ਬਿਲਡਿੰਗ ਕਰਨ ਦੇ ਨਾਲ ਜੋ ਚਿੰਗਾੜੀ ਪੈਦਾ ਹੁੰਦੀ ਆ, ਜੇ ਤੁਹਾਡੇ ਲਾਗੇ ਕੋਈ ਕੱਪੜਾ, ਕਾਗਜ਼ ਜਾਂ ਗੱਤਾ ਪਿਆ, ਉਸ ਨੂੰ ਬਹੁਤ ਜਲਦੀ ਅੱਗ ਲੱਗ ਜਾਵੇਗੀ, ਜਿਹਦੇ ਨਾਲ ਬਹੁਤ ਸਾਰਾ ਨੁਕਸਾਨ ਹੋਣ ਦਾ ਡਰ ਬਣ ਜਾਂਦਾ ਗਾ। ਨੰਬਰ 2 ਆ ਗਿਆ ਕਟਰ। ਜਿਹੜੇ ਕਟਰ ਦੇ ਨਾਲ ਜੇ ਤੁਸੀਂ ਕੋਈ ਮੰਨ ਲਓ ਮੈਟਲ ਨੂੰ ਕਿਸੇ ਨੂੰ ਕੱਟਦੇ ਹੋ ਤਾਂ ਉਹਦੇ ਨਾਲ ਵੀ ਚਿੰਗਾੜੀਆਂ ਪੈਦਾ ਹੁੰਦੀਆਂ ਨੇ। ਠੀਕ ਹੈ, ਉਸ ਦੇ ਨਾਲ ਵੀ ਅੱਗ ਲੱਗ ਜਾਂਦੀ ਆ। ਨੰਬਰ 3 ਆ ਗਿਆ ਮੋਮਬੱਤੀ। ਜਦੋਂ ਤੁਹਾਡੇ ਘਰਾਂ ਦੇ ਵਿੱਚ ਕਈ ਵਾਰੀ ਲਾਈਟ ਚਲੀ ਜਾਂਦੀ ਆ ਤਾਂ ਆਪਾਂ ਮੋਮਬੱਤੀ ਬਾਲ ਦਿੰਦੇ ਆ। ਮੋਮਬੱਤੀ ਹੌਲੀ ਹੌਲੀ ਪਿਘਲਦੀ ਜੋ ਥੱਲੇ ਚਲੀ ਜਾਂਦੀ ਆ। ਜੇ ਤੁਸੀਂ ਆਪਣੇ ਮੰਨ ਲਓ ਬੈੱਡਰੂਮ ਦੇ ਵਿੱਚ ਲਾਈ ਆ ਤਾਂ ਮੋਮਬੱਤੀ ਪਿਘਲਦੀ ਹੋ ਸਕਦਾ ਤੁਹਾਡੇ ਬੈੱਡ ਦੇ ਉੱਪਰ ਗਿਰ ਜਾਵੇ। ਬੈੱਡ ਦੇ ਉੱਪਰ ਆਪਣੇ ਦੇ ਉੱਪਰ ਚਾਦਰ ਵਿਛੀ ਹੁੰਦੀ ਆ, ਉਸ ਦੇ ਥੱਲੇ ਜੋ ਫੋਮ ਦੇ ਜੋ ਗੱਦੇ ਹੁੰਦੇ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਫੋਮ ਨੂੰ ਅੱਗ ਬਹੁਤ ਹੀ ਜਲਦੀ ਪਕੜ ਲੈਂਦੀ ਆ, ਜਿਹਦੇ ਨਾਲ ਆਪਣੇ ਰੂਮ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਣ ਦਾ ਡਰ ਬਣ ਜਾਂਦਾ ਗਾ। ਜਾਂ ਤੁਸੀਂ ਕਿਸੇ ਆਫਿਸ ਦੇ ਵਿੱਚ ਕੰਮ ਕਰਦੇ ਹੋ, ਆਫਿਸ ਦੇ ਵਿੱਚ ਵੀ ਕਈ ਵਾਰੀ ਆਪਣੇ ਲਾਈਟ ਚਲੀ ਜਾਂਦੀ ਹੈ ਤਾਂ ਆਪਾਂ ਕੋਈ ਇਹੋ ਜਿਹੀ ਚੀਜ਼ ਚਲਾਉਂਦੇ ਹਾਂ ਤਾਂ ਉਸ ਨੂੰ ਜੋ ਕਾਗਜ਼, ਅਖਬਾਰ ਜਾਂ ਇਹੋ ਜਿਹੀਆਂ ਚੀਜ਼ਾਂ ਤੋਂ ਦੂਰ ਕਰਕੇ ਰੱਖਣਾ ਚਾਹੀਦਾ। ਨੰਬਰ 2 ਤੇਜ਼ੀ ਨਾਲ ਜਲਣ ਵਾਲੇ ਪਦਾਰਥ ਅੱਗ ਕੋਲ ਨਹੀਂ ਰੱਖਣੇ ਚਾਹੀਦੇ। ਜਿਹੜੇ ਤੇਜ਼ੀ ਨਾਲ ਜਲਣ ਵਾਲੇ ਪਦਾਰਥ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ, ਅਖਬਾਰ ਹੋ ਗਿਆ, ਗੱਤਾ ਹੋ ਗਿਆ, ਕੱਪੜਾ ਹੋ ਗਿਆ, ਜਾਂ ਕੋਈ ਤੇਲ ਵਗੈਰਾ ਹੋ ਗਿਆ, ਜਿਵੇਂ ਪੈਟਰੋਲ ਹੋ ਗਿਆ, ਜੇ ਇਹੋ ਜਿਹੀ ਚੀਜ਼ ਆਪਾਂ ਲਾਗੇ ਰੱਖਾਂਗੇ ਤਾਂ ਉਹਦੇ ਨਾਲ ਬਹੁਤ ਜਲਦੀ ਹੀ ਅੱਗ ਲੱਗ ਜਾਵੇਗੀ। ਨੰਬਰ 3 ਆ ਗਿਆ ਜਲਦੀ ਤੀਲੀ ਜਾਂ ਸਿਰਗਟ ਬੀੜੀ। ਜਲਦੀ ਤੀਲੀ ਕਈ ਵਾਰੀ ਕੀ ਆ, ਕੋਈ ਸਿਰਗਟ ਪੀਣ ਵਾਲਾ ਬੰਦਾ ਜਾਂ ਬੀੜੀ ਪੀਣ ਵਾਲਾ ਬੰਦਾ ਤੁਰਿਆ ਜਾਂਦਾ ਜਾਂ ਤਾਂ ਚਲਦੀ ਹੋਈ ਤੀਲੀ ਸੁੱਟ ਜਾਏਗਾ, ਜਾਂ ਕੀ ਕਰੇਗਾ, ਚਲਦੀ ਹੋਈ ਸਿਰਗਟ ਜਾਂ ਬੀੜੀ ਸੁੱਟ ਜਾਏਗਾ। ਕਿਉਂਕਿ ਤੁਸੀਂ ਆਮ ਦੇਖਿਆ ਹੋਣਾ ਆਪਣੇ ਆਮ ਰਸਤਿਆਂ ਦੇ ਵਿੱਚ ਘਾਹ ਫੂਸ ਬਹੁਤ ਸਾਰੀਆਂ ਚੀਜ਼ਾਂ ਪਈਆਂ ਹੁੰਦੀਆਂ ਨੇ। ਜਦੋਂ ਥੋੜ੍ਹੀ ਜਿਹੀ ਹਵਾ ਪਈ ਤਾਂ ਉਸਨੇ ਕੀ ਕੀਤਾ, ਇੱਕ ਥੋੜ੍ਹੀ ਜਿਹੀ ਹਵਾ ਦੇ ਨਾਲ ਆਕਸੀਜਨ ਜਦੋਂ ਉਸ ਨੂੰ ਮਿਲ ਗਈ ਤਾਂ ਉਸਨੇ ਇੱਕ ਬਹੁਤ ਜ਼ਿਆਦਾ ਅੱਗ ਦਾ ਭਿਆਨਕ ਰੂਪ ਧਾਰਨ ਕਰ ਲਿਆ, ਜੋ ਕਿ ਆ ਆਪਣੇ ਖੇਤਾਂ ਦੇ ਵਿੱਚ ਫਸਲਾਂ ਹੁੰਦੀਆਂ ਨੇਗੀਆਂ, ਹੋ ਸਕਦਾ ਫਸਲਾਂ ਨੂੰ ਲੱਗ ਜਾਵੇ, ਜਾਂ ਜੇ ਕਿਸੇ ਘਰ ਦੇ ਨਜ਼ਦੀਕ ਆ ਤਾਂ ਹੋ ਸਕਦਾ ਕਿਸੇ ਘਰ ਦੇ ਕੀਮਤੀ ਸਮਾਨ ਨੂੰ ਜੋ ਅੱਗ ਲੱਗ ਸਕਦੀ ਹੈ। ਨੰਬਰ 4 ਆ ਗਿਆ ਇਹਦਾ ਬਿਜਲੀ ਪਲੱਗਾਂ। ਜਿਹੜੇ ਬਿਜਲੀ ਦੇ ਪਲੱਗ ਆ ਸਾਨੂੰ ਉਹ ਵੀ ਆਪਣੇ ਘਰ ਦੇ ਦੇਖਣੇ ਚਾਹੀਦੇ ਆ ਵੀ ਸਾਡੇ ਸਾਰੇ ਠੀਕ ਠਾਕ ਆ। ਕਈ ਵਾਰੀ ਆਪਣੇ ਘਰਾਂ ਦੇ ਵਿੱਚ ਲੂਜ ਪੈਂਟ ਬਹੁਤ ਜ਼ਿਆਦਾ ਹੁੰਦੇ ਆ, ਜਾਂ ਜਿੱਥੇ ਤੁਸੀਂ ਕਿਸੇ ਫੈਕਟਰੀ ਦੇ ਵਿੱਚ ਜਾਂ ਕਿਸੇ ਮਾਲ ਦੇ ਵਿੱਚ ਵਿਤਆਊਟ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦੇ ਹੋ ਤਾਂ ਉੱਥੇ ਵੀ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਇਹਨਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਕਿਤੇ ਲੂਜ ਪੈਂਟ ਤਾਂ ਨਹੀਂ ਕੋਈ। ਅਗਰ ਜੇ ਕੋਈ ਲੂਜ ਪੈਂਟ ਹੈ ਤਾਂ ਉਹਦੇ ਉੱਪਰ ਟੇਪ ਕਰ ਦੇਣਾ ਚਾਹੀਦਾ ਹੈ। ਅਗਰ ਜੇ ਤੁਸੀਂ ਟੇਪ ਨਾ ਕੀਤਾ, ਕਈ ਵਾਰੀ ਲਾਈਟ ਦਾ ਕੱਟ ਲੱਗ ਕੇ ਦੁਬਾਰਾ ਲਾਈਟ ਆਉਂਦੀ ਆ ਤਾਂ ਉਸ ਦੇ ਨਾਲ ਕੀ ਆ, ਬਹੁਤ ਸਾਰਾ ਅੱਗ ਦਾ ਰੂਪ ਧਾਰਨ, ਮੰਨ ਲਓ ਵੀ ਜ਼ਿਆਦਾ ਏਰੀਏ ਦੇ ਵਿੱਚ ਅੱਗ ਫੈਲ ਸਕਦੀ ਹੈ। ਠੀਕ ਹੈ, ਜਿਵੇਂ ਤੁਸੀਂ ਦੇਖਿਆ ਹੋਣਾ ਪਿੱਛੇ ਜੇ ਇੱਕ ਫੋਰਨ ਦੇ ਜੰਗਲਾਂ ਦੇ ਵਿੱਚ ਜੋ ਅੱਗ ਲੱਗੀ ਸੀ, ਉਹਦੇ ਉੱਪਰ ਵੀ ਜਦੋਂ ਜਿੰਨਾ ਚਿਰ ਬਾਰਿਸ਼ ਨਹੀਂ ਹੋਈ ਉਹਨਾਂ ਚਿਰ ਉਸਦੇ ਉੱਪਰ ਕੰਟਰੋਲ ਨਹੀਂ ਹੋਇਆ, ਕਿਉਂਕਿ ਅੱਗ ਇੱਕ ਇਹੋ ਜਿਹੀ ਚੀਜ਼ ਆ ਜਦੋਂ ਇਹ ਆਪਣਾ ਭਿਆਨਕ ਰੂਪ ਧਾਰਨ ਕਰ ਲਵੇ ਤਾਂ ਇਹਦੇ ਨਜ਼ਦੀਕ ਜਾਣਾ ਵੀ ਬਹੁਤ ਔਖਾ ਹੋ ਜਾਂਦਾ ਗਾ। ਠੀਕ ਹੈ, ਅੱਗੇ ਆ ਗਿਆ ਨੰਬਰ 5 ਆ ਗਿਆ ਖਰਾਬ ਬਿਜਲੀ ਉਪਕਰਨਾਂ ਦੀ ਵਰਤੋਂ। ਕਈ ਵਾਰੀ ਕੀ ਆ ਆਪਣੇ ਘਰਾਂ ਦੇ ਵਿੱਚ ਖਰਾਬ ਬਿਜਲੀ ਉਪਕਰਨ ਪਏ ਹੁੰਦੇ ਆ, ਆਪਾਂ ਉਹਨਾਂ ਨੂੰ ਸਹੀ ਕਰਨ ਦੇ ਮਾਰੇ ਮਕੈਨਿਕ ਤੋਂ ਬਿਨਾਂ ਆਪ ਖੋਲ੍ਹ ਲੈਂਦੇ ਆ। ਫਿਰ ਉਸ ਤੋਂ ਬਾਅਦ ਕੀ ਆ, ਆਪਾਂ ਉਹਦੇ ਨਾਲ ਮਕੈਨਿਕੀ ਕਰਦੇ ਕਈ ਵਾਰੀ ਤਾਰਾਂ ਪੁੱਠੀਆਂ ਲਾ ਲੈਂਦੇ ਆ। ਜਦੋਂ ਆਪਾਂ ਪਲੱਗ ਪਾ ਕੇ ਸਵਿੱਚ ਔਨ ਕੀਤਾ ਤਾਂ ਉਸਦੇ ਨਾਲ ਕੀ ਆ, ਸਾਡੇ ਜੋ ਬਿਜਲੀ ਉਪਕਰਨ ਸੀਗੇ, ਮੰਨ ਲਓ ਉਸਨੇ ਜੋ ਚਿੰਗਾੜੀ ਪੈਦਾ ਕੀਤੀ, ਜਿਹਦੇ ਨਾਲ ਕੀ ਆ ਅਸੀਂ ਸਾਡੇ ਲਾਗੇ ਜੋ ਕੋਈ ਮੰਨ ਲਓ ਕਾਗਜ਼, ਕੱਪੜਾ ਜਾਂ ਕੋਈ ਇਹੋ ਜਿਹੀ ਚੀਜ਼ ਪਈ ਸੀ, ਉਸ ਨੂੰ ਅੱਗ ਲੱਗ ਗਈ ਤਾਂ ਉਹਦੇ ਨਾਲ ਸਾਡਾ ਬਹੁਤ ਸਾਰਾ ਘਰ ਦਾ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ। ਸਰਕਟ
ਇਹ ਸਭ ਤੋਂ ਇੱਕ ਭਿਆਨਕ ਅੱਗ ਲਗਾਉਣ ਦਾ ਸਭ ਤੋਂ ਇੱਕ ਬਹੁਤ ਹੀ ਮੰਨ ਲਓ ਵੀ ਵੱਡਾ ਮਸਲਾ। ਜੇ ਆਪਾਂ ਕਿਸੇ ਦੁਕਾਨ ਦੇ ਵਿੱਚ ਦੇਖਦੇ ਹਾਂ, ਉੱਥੇ ਵੀ ਸ਼ਾਰਟ ਸਰਕਟ ਦੇ ਨਾਲ ਅੱਗ ਲੱਗਦੀ ਆ, ਜਾਂ ਕਿਸੇ ਮਾਲ ਦੇ ਵਿੱਚ ਹੋ ਗਿਆ, ਉੱਥੇ ਵੀ ਸ਼ਾਰਟ ਸਰਕਟ ਦੇ ਨਾਲ ਅੱਗ ਲੱਗਦੀ ਆ, ਜਾਂ ਆਪਣੇ ਘਰਾਂ ਦੇ ਵਿੱਚ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਵੀ ਸ਼ਾਰਟ ਸਰਕਟ ਦੇ ਨਾਲ ਅੱਗ ਲੱਗ ਜਾਂਦੀ ਹੈ। ਕਿਉਂਕਿ ਆਪਣੇ ਘਰਾਂ ਦੇ ਵਿੱਚ, ਮੌਲਾਂ ਦੇ ਵਿੱਚ, ਦੁਕਾਨਾਂ ਦੇ ਵਿੱਚ ਜਲਣਸ਼ੀਲ ਪਦਾਰਥ ਤਾਂ ਹਰ ਇੱਕ ਜਗ੍ਹਾ ਪਏ ਹੀ ਹੁੰਦੇ ਨੇ। ਪਰ ਕੀ ਆ, ਅਸੀਂ ਉਹਨਾਂ ਜੋੜਾਂ ਨੂੰ ਜੇ ਟੇਪ ਕੀਤਾ ਹੋਊਗਾ ਤਾਂ ਅਸੀਂ ਇਹੋ ਜਿਹੇ ਜੋ ਸਾਡੇ ਤੇ ਹਾਦਸਾ ਹੋਣ ਵਾਲਾ ਕੋਈ ਉਸ ਨੂੰ ਟਾਲ ਸਕਦੇ ਹਾਂ। ਠੀਕ ਹੈ। ਅੱਗੇ ਆ ਗਿਆ ਭੋਜਨ ਬਣਾਉਣ ਸਮੇਂ ਤੇਲ ਪਾ ਕੇ ਕੜਾਹੀ ਉੱਪਰ ਰੱਖ ਦੇਣਾ। ਮੰਨ ਲਓ ਵੀ ਕਈ ਵਾਰੀ ਕੀ ਆ, ਜਿਹੜਾ ਆਪਣਾ ਜਦੋਂ ਆਪਾਂ ਭੋਜਨ ਬਣਾਉਂਦੇ ਆ ਘਰਾਂ ਦੇ ਵਿੱਚ, ਆਪਣੇ ਦੇ ਵਿੱਚ ਭੋਜਨ ਬਣਾਉਂਦੇ ਆ, ਉਦੋਂ ਆਪਾਂ ਕੜਾਹੀ ਦੇ ਵਿੱਚ ਤੇਲ ਪਾ ਕੇ ਰੱਖ ਦਿੰਦੇ ਆ। ਥੱਲੇ ਆਪਾਂ ਗੈਸ ਚਲਾ ਕੇ ਆਪ ਕੋਈ ਹੋਰ ਕੰਮ ਕਰਨ ਲੱਗ ਜਾਂਦੇ ਆ, ਜਾਂ ਆਪਾਂ ਘਰਾਂ ਦੇ ਵਿੱਚ ਆਪਣਾ ਪ੍ਰੈਸ ਵਗੈਰਾ ਲਾ ਕੇ ਹੋਰ ਕੰਮ ਕਰਨ ਲੱਗ ਜਾਂਦੇ ਆ। ਕਿਉਂਕਿ ਪ੍ਰੈਸ ਦੇ ਨਜ਼ਦੀਕ ਵੀ ਕੱਪੜੇ ਪਏ ਹੁੰਦੇ ਆ, ਰਸੋਈ ਦੇ ਵਿੱਚ ਵੀ ਬਹੁਤ ਸਾਰਾ ਇਹੋ ਜਿਹਾ ਜਲਣਸ਼ੀਲ ਪਦਾਰਥ ਆਪਣੇ ਪਏ ਹੁੰਦੇ ਆ, ਜੋ ਕਿ ਆਪਾਂ ਕੜਾਹੀ ਦੇ ਵਿੱਚ ਤੇਲ ਪਾਇਆ, ਜਦੋਂ ਤੇਲ ਪੂਰਾ ਗਰਮ ਹੋ ਗਿਆ ਤਾਂ ਉਸ ਨੂੰ ਵੀ ਅੱਗ ਲੱਗ ਜਾਂਦੀ ਆ। ਫਿਰ ਆਪਾਂ ਕੀ ਕਰਦੇ ਹਾਂ, ਜਲਦੀਬਾਜ਼ੀ ਦੇ ਵਿੱਚ ਉਸ ਦੇ ਉੱਪਰ ਪਾਣੀ ਸੁੱਟ ਦਿੰਦੇ ਆ। ਪਾਣੀ ਦੇ ਨਾਲ ਉਹ ਆਪਣਾ ਹੋਰ ਵੀ ਭਿਆਨਕ ਰੂਪ ਜਿਹੜਾ ਧਾਰਨ ਕਰ ਲੈਂਦਾ, ਜੋ ਕਿ ਸਾਡੇ ਪੂਰੇ ਕਿਚਨ ਦੇ ਵਿੱਚ ਅੱਗ ਫੈਲ ਜਾਂਦੀ ਆ। ਜੋ ਆਦਮੀ ਮੰਨ ਲਓ ਵੀ ਕੁਕਿੰਗ ਦਾ ਕੰਮ ਕਰ ਰਿਹਾ ਸੀ, ਉਹ ਵੀ ਹੋ ਸਕਦਾ ਜਲ ਜਾਵੇ। ਜਾਂ ਆਪਾਂ ਕਈ ਵਾਰੀ ਕੀ ਆ, ਪ੍ਰੈਸ ਨੂੰ ਲਾ ਕੇ ਛੱਡ ਜਾਂਦੇ ਆ, ਲਾ ਕੇ ਹੋਰ ਕੰਮ ਕਰਨ ਲੱਗ ਜਾਂਦੇ ਆ। ਪ੍ਰੈਸ ਦੇ ਲਾਗੇ ਆਪਣੇ ਕੱਪੜੇ ਵਗੈਰਾ ਪਏ ਹੁੰਦੇ ਆ, ਉਸ ਦੀ ਗਰਮੀ ਦੇ ਨਾਲ ਵੀ ਜੋ ਅੱਗ ਲੱਗ ਜਾਂਦੀ ਹੈ। ਠੀਕ ਹੈ ਜੀ। ਅੱਗੇ ਆ ਗਿਆ ਆਪਣਾ ਅੱਗ ਲੱਗ ਜਾਣ ਦੇ ਸਮੇਂ ਉਠਾਏ ਜਾਣ ਵਾਲੇ ਕਦਮ। ਅਗਰ ਜੇ ਤੁਸੀਂ ਇੱਕ ਸਿਕਿਉਰਿਟੀ ਗਾਰਡ ਦੇ ਤੌਰ ਤੇ ਆਪਾਂ ਹੁਣ ਲੈਂਦੇ ਹਾਂ, ਕਿਸੇ ਮਾਲ ਦੇ ਵਿੱਚ ਮੰਨ ਲਓ ਤੁਸੀਂ ਡਿਊਟੀ ਕਰ ਰਹੇ ਹੋ, ਜਾਂ ਕਿਸੇ ਫੈਕਟਰੀ ਦੇ ਵਿੱਚ, ਜਾਂ ਕਿਸੇ ਹਸਪੀਟਲ ਦੇ ਵਿੱਚ ਤੁਸੀਂ ਡਿਊਟੀ ਕਰ ਰਹੇ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਆਪਣੀ ਡਿਊਟੀ ਦੇ ਦੌਰਾਨ ਕੀ ਕੀ ਚੀਜ਼ਾਂ, ਮੰਨ ਲਓ ਤੁਸੀਂ ਅੱਗ ਲੱਗ ਜਾਣ 'ਤੇ ਕੀ ਕੀ ਕਦਮ ਉਠਾ ਸਕਦੇ ਹੋ। ਮੰਨ ਲਓ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ, ਜੋ ਤੁਹਾਡੇ ਲਾਗੇ ਫਾਇਰ ਅਲਾਰਮ ਹੈ, ਫਾਇਰ ਅਲਾਰਮ ਦਾ ਇਸਤੇਮਾਲ ਕਰਕੇ ਤੁਸੀਂ ਪੂਰੇ ਜੋ ਤੁਹਾਡੀ ਫੈਕਟਰੀ ਦੇ ਵਿੱਚ ਜਾਂ ਮਾਲ ਦੇ ਵਿੱਚ ਜਿਤਨੇ ਵੀ ਕੰਮ ਕਰ ਰਹੇ ਸੀ, ਤੁਸੀਂ ਸਾਰਿਆਂ ਨੂੰ ਸੰਚੇਤ ਕਰ ਸਕਦੇ ਹੋ। ਸਾਰਿਆਂ ਨੂੰ ਸੰਚੇਤ ਕਰਕੇ ਕੀ ਆ, ਆਪਣਾ ਤੁਸੀਂ ਦੱਸ ਸਕਦੇ ਹੋ ਵੀ ਆਪਣੇ ਜੋ ਮਾਲ ਦੇ ਵਿੱਚ ਜਾਂ ਫੈਕਟਰੀ ਦੇ ਵਿੱਚ ਅੱਗ ਲੱਗ ਗਈ ਹੈ, ਜਲਦੀ ਤੋਂ ਜਲਦੀ ਇਸ ਜਗ੍ਹਾ ਤੋਂ ਬਾਹਰ ਨਿਕਲੋ। ਇਸ ਇਮਾਰਤ ਨੂੰ ਖਾਲੀ ਕਰਵਾਉਣਾ ਤੁਹਾਡੀ ਇੱਕ ਜ਼ਿੰਮੇਵਾਰੀ ਬਣਦੀ ਆ। ਜੇ ਤੁਸੀਂ ਇਮਾਰਤ ਨੂੰ ਜਲਦੀ ਤੋਂ ਜਲਦੀ ਖਾਲੀ ਕਰਵਾਓਗੇ ਤਾਂ ਉੱਥੇ ਜਾਨੀ ਔਰ ਮਾਲੀ ਨੁਕਸਾਨ ਜੋ ਘਟ ਸਕਦਾ ਗਾ। ਨੰਬਰ 3 ਆ ਗਿਆ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਉਣਾ। ਜਲਦੀ ਤੋਂ ਜਲਦੀ ਫਾਇਰ ਬ੍ਰਿਗੇਡ ਨੂੰ ਆਪਣੇ ਉੱਚ ਅਧਿਕਾਰੀਆਂ ਨੂੰ ਰਿਪੋਰਟ ਦੇਣੀ ਤੇ ਫਾਇਰ ਬ੍ਰਿਗੇਡ ਨੂੰ ਜਲਦੀ ਤੋਂ ਜਲਦੀ ਫੋਨ ਕਰਕੇ ਬੁਲਾਉਣਾ। ਜੋ ਉੱਥੇ ਭੀੜ ਇਕੱਠੀ ਹੋ ਰਹੀ ਸੀ, ਮੰਨ ਲਓ ਕਈ ਵਾਰ ਕੀ ਆ, ਲੋਕ ਤਮਾਸ਼ਾ ਦੇਖਣ ਦੇ ਮਾਰੇ ਬਹੁਤ ਸਾਰੇ ਇਕੱਠੇ ਹੋ ਜਾਂਦੇ ਆ, ਉਹਨਾਂ ਨੂੰ ਰਸਤੇ ਦੇ ਵਿੱਚੋਂ ਹਟਾਉਣਾ ਕਿ ਜਲਦੀ ਤੋਂ ਜਲਦੀ ਜਿਹੜੀ ਤੁਹਾਡੀ ਫਾਇਰ ਬ੍ਰਿਗੇਡ ਹੈਗੀ ਉਹ ਜਿੱਥੇ ਤੁਹਾਡੀ ਅੱਗ ਲੱਗੀ ਹੋਈ ਆ ਪਹੁੰਚ ਜਾਵੇ, ਤਾਂ ਤੁਸੀਂ ਜੋ ਜ਼ਿਆਦਾ ਤੋਂ ਜ਼ਿਆਦਾ ਤੁਹਾਡਾ ਨੁਕਸਾਨ ਹੋਣ ਵਾਲਾ ਸੀ ਉਸ ਨੁਕਸਾਨ ਨੂੰ ਹੋਣ ਤੋਂ ਬਚਾ ਸਕੋ। ਠੀਕ ਹੈ ਜੀ। ਅਤੇ ਅੰਦਰ ਫਸੇ ਹੋਏ ਲੋਕਾਂ ਨੂੰ ਬਾਹਰ ਕੱਢਣ ਵਿੱਚ ਮਦਦ ਕਰਨਾ। ਜਿਹੜੇ ਲੋਕ ਤੁਹਾਡੇ ਅੰਦਰ ਫਸੇ ਹੋਏ ਹੈਗੇ, ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਕੱਢਣ ਦੇ ਵਿੱਚ ਫਾਇਰ ਬ੍ਰਿਗੇਡ ਦੀ ਮਦਦ ਕਰਨਾ। ਅਗਰ ਜੇ ਤੁਸੀਂ ਫਾਇਰ ਬ੍ਰਿਗੇਡ ਦੀ ਮਦਦ ਕਰੋਗੇ ਤਾਂ ਤੁਸੀਂ ਆਪਣਾ ਕੈਜੁਅਲਟੀ ਦਾ ਬਹੁਤ ਸਾਰਾ ਨੁਕਸਾਨ ਜੋ ਘੱਟ ਕਰਵਾ ਸਕਦੇ ਹੋ। ਜਿਹੜੀ ਤੁਹਾਡੀ ਅੰਦਰ ਜ਼ਿਆਦਾ ਕੈਜੁਅਲਟੀ ਹੋਣ ਵਾਲੀ ਸੀ ਉਸ ਨੂੰ ਬਚਾ ਸਕਦੇ ਹੋ, ਜਾਂ ਤੁਹਾਡਾ ਕੋਈ ਜ਼ਿਆਦਾ ਤੋਂ ਜ਼ਿਆਦਾ ਸਮਾਨ ਖਰਾਬ ਹੋਣ ਵਾਲਾ ਸੀ ਉਸ ਨੂੰ ਤੁਸੀਂ ਬਚਾ ਸਕਦੇ ਹੋ। ਐਂਬੂਲੈਂਸ ਅਤੇ ਐਂਬੂਲੈਂਸ ਨੂੰ ਵੀ ਫੋਨ ਕਰਨਾ ਇੱਕ ਸਿਕਿਉਰਿਟੀ ਗਾਰਡ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ, ਕਿਉਂਕਿ ਜੋ ਤੁਹਾਡੇ ਨਾਲ ਦੇ ਸਾਥੀ ਅੰਦਰ ਕੈਜੁਅਲਟੀ ਹੋਏ ਸੀ ਉਹਨਾਂ ਨੂੰ ਜਲਦੀ ਤੋਂ ਜਲਦੀ ਤੁਸੀਂ ਹਸਪਤਾਲ ਦੇ ਵਿੱਚ ਪਹੁੰਚਾ ਕੇ ਉਹਨਾਂ ਨੂੰ ਸਹੀ ਇਲਾਜ ਦਵਾ ਸਕਦੇ ਹੋ। ਠੀਕ ਹੈ। ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਨਾ। ਪੁਲਿਸ ਪ੍ਰਸ਼ਾਸਨ ਦੀ ਬੇਟਾ ਕਿਉਂ ਜ਼ਰੂਰਤ ਪੈਂਦੀ ਆ, ਕਿਉਂਕਿ ਪੁਲਿਸ ਜੋ ਸਾਡੀ ਉੱਥੇ ਭੀੜ ਇਕੱਠੀ ਹੋਈ ਆ ਉਸ ਦੇ ਉੱਪਰ ਵੀ ਕੰਟਰੋਲ ਕਰੂਗੀ। ਅਗਰ ਜੋ ਸਾਡੀ ਅੰਦਰ ਤੋਂ ਮਦਦ ਕਿਸੇ ਕਿਸਮ ਦੀ ਮਦਦ ਹੈ, ਕਿਉਂਕਿ ਜੋ ਇਹ ਆਫਤ, ਜੇ ਇਹੋ ਜਿਹੀ ਕੋਈ ਆਫਤ ਆ ਜਾਵੇ ਤਾਂ ਸਾਡੇ ਸਟੇਟ ਪੱਧਰ 'ਤੇ ਜੋ ਪੁਲਿਸ ਦਾ ਮਹਿਕਮਾ ਗਾ ਇਹ ਸਾਡੀ ਮਦਦ ਕਰਨ ਲਈ ਸਹਾਈ ਹੁੰਦਾ ਗਾ। ਇਹਦੀ ਮਦਦ ਦੇ ਨਾਲ ਅਸੀਂ ਲੋਕਾਂ ਨੂੰ ਮੰਨ ਲਓ ਸੇਫ ਜਗ੍ਹਾ 'ਤੇ ਵੀ ਪਹੁੰਚਾ ਸਕਦੇ ਹਾਂ, ਜਾਂ ਲੋਕ ਜੋ ਇਕੱਠੇ ਹੋਏ ਸੀ ਉਹਨਾਂ ਨੂੰ ਸਾਈਡ ਵੀ ਕਰ ਸਕਦੇ ਹਾਂ, ਜਿਸ ਨਾਲ ਤੁਹਾਡੀ ਐਂਬੂਲੈਂਸ ਔਰ ਫਾਇਰ ਬ੍ਰਿਗੇਡ ਨੂੰ ਕੋਈ ਮੰਨ ਲਓ ਵੀ ਡਿਊਟੀ ਕਰਨ ਦੇ ਵਿੱਚ ਔਖਾਈ ਨਾ ਆਵੇ। ਜੇਕਰ ਤੁਸੀਂ ਇੱਕ ਸਮੇਂ ਦੇ ਵਿੱਚ ਸਰਕਾਰੀ ਦਫ਼ਤਰ ਦੇ ਵਿੱਚ ਜਾਂ ਸਰਕਾਰੀ ਕਿਸੇ ਫੈਕਟਰੀ, ਸਰਕਾਰੀ ਕਿਸੇ ਜਗ੍ਹਾ ਦੇ ਉੱਤੇ ਅੱਗ ਲੱਗੀ ਆ ਜੋ ਗੌਰਮੈਂਟ ਦੀ ਪ੍ਰੋਪਰਟੀ ਆ,
ਉਸ ਦੇ ਉੱਤੇ ਤੁਹਾਡੀਆਂ ਬਹੁਤ ਸਾਰੀਆਂ ਡਿਊਟੀਆਂ ਬਣ ਜਾਂਦੀਆਂ। ਅਗਰ ਜੇ ਸਰਕਾਰੀ ਫੈਕਟਰੀ ਦੇ ਵਿੱਚ ਡਿਊਟੀ ਆ, ਜੋ ਉਸ ਦੇ ਵਿੱਚੋਂ ਜੇ ਸਰਕਾਰੀ ਆਫਿਸਾਂ ਦੇ ਵਿੱਚ ਅੱਗ ਲੱਗੀ ਆ, ਜੋ ਆਫਿਸਾਂ ਦੇ ਵਿੱਚੋਂ ਡਾਕੂਮੈਂਟ, ਕੰਪਿਊਟਰ ਵਗੈਰਾ ਜਾਂ ਹੋਰ ਕੋਈ ਚੀਜ਼ ਤੁਹਾਡੀ ਜੋ ਪ੍ਰੋਪਰਟੀ ਆ, ਗੌਰਮੈਂਟ ਦੀ ਪ੍ਰੋਪਰਟੀ ਆ, ਉਸ ਦੀ ਸਾਂਭ ਸੰਭਾਲ ਕਰਨਾ ਵੀ ਤੁਹਾਡਾ ਫਰਜ਼ ਬਣਦਾ। ਕਿਉਂਕਿ ਤੁਸੀਂ ਇਹ ਨਾ ਹੋਵੇ ਕਿਤੇ ਸਿਵਲ ਦੇ ਨਾਲ ਕਿਤੇ ਖੜ ਕੇ ਗੱਲਾਂ ਮਾਰੀ ਜਾਂਦੇ ਹੋ, ਤੁਸੀਂ ਆਪਣੀ ਡਿਊਟੀ ਸਹੀ ਤਰੀਕੇ ਦੇ ਨਾਲ ਨਿਭਾ ਨਹੀਂ ਰਹੇ। ਇੱਕ ਜਦੋਂ ਅੱਗ ਲੱਗਦੀ ਆ ਉਸ ਟਾਈਮ ਤੁਹਾਡੀ ਇਹ ਡਿਊਟੀ ਬਣਦੀ ਆ ਕਿ ਜੋ ਡਾਕੂਮੈਂਟਸ ਜਾਂ ਕੋਈ ਹੋਰ ਚੀਜ਼ ਅੰਦਰ ਤੋਂ ਨਿਕਲ ਕੇ ਆ ਰਹੀ ਆ, ਉਸ ਸਾਰੀ ਚੀਜ਼ ਦਾ ਧਿਆਨ ਰੱਖਣਾ ਕਿ ਕੋਈ ਹੋਰ ਇਸ ਚੀਜ਼ ਨੂੰ ਚੱਕ ਕੇ ਨਾ ਲੈ ਜਾਵੇ, ਕਿ ਜਿਸ ਦੇ ਨਾਲ ਸਾਡਾ ਅੱਗ ਦੇ ਨਾਲ ਹੋਰ ਵੀ ਨੁਕਸਾਨ ਹੁੰਦਾ ਰਹੇ। ਠੀਕ ਹੈ, ਇਹ ਚੀਜ਼ ਦੀ ਬਹੁਤ ਸਾਰੀ ਜ਼ਿੰਮੇਵਾਰੀ ਬਣਦੀ ਆ ਕਿ ਜੋ ਸਾਡੇ ਡਾਕੂਮੈਂਟਸ, ਕੰਪਿਊਟਰ ਵਗੈਰਾ ਜੋ ਆਏ ਆ, ਉਹਨਾਂ ਸਾਰਿਆਂ ਦੀ ਸੇਫਟੀ ਔਰ ਸੰਭਾਲ ਰੱਖਣਾ ਤੁਹਾਡੀ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ। ਠੀਕ ਹੈ ਜੀ। ਅੱਗੇ ਨੰਬਰ 6 ਆ ਗਿਆ ਮੁੱਢਲੀ ਸਹਾਇਤਾ। ਮੁੱਢਲੀ ਸਹਾਇਤਾ ਤੁਸੀਂ ਕਿੱਦਾਂ ਦੇਣੀ ਆ? ਜੇ ਤੁਹਾਡਾ ਕੋਈ ਸਾਥੀ ਮੰਨ ਲਓ ਵੀ ਕੋਈ ਉਸ ਦਾ ਅੰਗ ਟੁੱਟ ਗਿਆ ਜਾਂ ਕੁਝ ਵੀ ਹੋ ਗਿਆ, ਉਸ ਨੂੰ ਆਪਣੇ ਕੰਧੇ ਦੀ ਮਦਦ ਦੇ ਨਾਲ ਬਾਹਰ ਲੈ ਕੇ ਆਉਣਾ, ਜਾਂ ਤੁਹਾਡੇ ਐਂਬੂਲੈਂਸ ਦੇ ਵਿੱਚ ਕਿਸੇ ਮੰਨ ਲਓ ਵੀ ਜੋ ਤੁਹਾਡਾ ਮੈਡੀਕਲ ਸਟਾਫ ਆ ਰਿਹਾ ਸੀ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਤੁਹਾਡੀ ਸਹੂਲਤ ਦੀ ਜ਼ਰੂਰਤ ਹੈ, ਮੰਨ ਲਓ ਤੁਹਾਡੀ ਮਦਦ ਦੀ ਜ਼ਰੂਰਤ ਆ, ਤਾਂ ਤੁਸੀਂ ਉਹਨਾਂ ਦੀ ਮਦਦ ਕਰਕੇ ਜਲਦੀ ਤੋਂ ਜਲਦੀ ਆਪਣੀ ਜੋ ਕੈਜੁਅਲਟੀ ਆ ਉਸ ਨੂੰ ਹਸਪਤਾਲ ਤੱਕ ਪਹੁੰਚਾ ਸਕਦੇ ਹੋ। ਠੀਕ ਹੈ ਜੀ। ਇਹ ਬੇਟਾ ਸੀਗਾ ਆਪਣਾ ਅੱਜ ਦਾ ਅੱਗ ਦਾ ਲੈਕਚਰ। ਥੈਂਕ ਯੂ, ਧੰਨਵਾਦ। मैं बेटी बलविंदर सिंह, सरकारी सैकंडरी स्कूल खारा मानसा, बतौर ड्यूटी वोकेशनल ट्रेनर के तौर पर कर रहा हाँ। बेटा अज का अपना टॉपिक है अग बारे। अग की है? अग बारे वैसे तो तुसी सारे ही विद्यार्थी जानते हो कि अग किस तरह तैयार होती है। जिवें आपां कई बार की आ कागज, लकड़ी या हो भरा तैयार होंगी भैन चोदी। इन्हें तो मैंने मार लिया अज। की हो गया? हाँ ये तो आही 2 मिनटां दी हुंदी है यार। कोई ਉਹ ਕੀਤਾ ਨਾ ਹੋਵੇ ਤੁਸੀਂ? ਹਾਂ कुछ नहीं किया भैन चोदा। इन्हों ने मत्था मैं 10 बारी मार लिया कुड़ी चोदा। 2 मिनटां तो बाद बंद हो जाती है बस। ਆ ਕੀ ਹੈ ਪ੍ਰੈਜ਼ੈਂਟ ਅਨਟਾਈਟਲ ਸੈਕਸ਼ਨ। हाँ हुण पूरी वधिया ने सही तरीके नाल चली जाती सी भैन चोदी, सारी बनाई ऐन। ਤੂੰ ਕਰ ਰਾਤ ਦਾ ਕੰਮ ਕਰ ਲੈ। ਟੈਸਟ ਕਰਤਾ। मैं बेटी बलविंदर सिंह, सरकारी सैकंडरी स्कूल खारा मानसा, कोविड-19 अनलॉक की प्रक्रिया हुण पूरे देश 'ਚ शुरू हो गई है। इन्हां हालातां 'ਚ अपने घरां तो बाहर कदे ही निकलो जद बहुत जरूरी होवे। फेस कवर या मास्क पाउंदे वेले ध्यान रखो कि मुंह ते नक चंगी तरह। हेलो सत श्री अकाल मैडम जी। ठीक है जी, ठीक है, वधिया जी।
ਕੱਲ ਤਾਂ ਹੀ ਮੈਂ ਤਾਂ ਕਰਕੇ ਫ਼ੋਨ ਕੀਤਾ ਸੀ। ਇੱਕ ਨਾ ਆਪਣੇ ਗ੍ਰਾਂਟ ਆਈ ਹੋਈ ਸੀਗੀ ਇਹਦੇ ਬਾਰੇ, ਆਪਣੀ ਬੱਚਿਆਂ ਦੀ NSQ ਦੇ ਬੁੱਕਸ ਅਤੇ ਨੋਟਸ ਕਢਵਾਉਣ ਬਾਰੇ।